ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਪ੍ਰਵੀਨ ਸ਼ਰਮਾ। ਤੁਸੀਂ ਦੇਖ ਰਹੇ ਹੋ ਆਈਵਾਲ ਟੀਵੀ ਦੀ ਖਾਸ ਪੇਸ਼ਕਸ਼ ਇਲੈਕਸ਼ਨ 2022। ਗੱਲਬਾਤ ਕਰਾਂਗੇ ਪੰਜਾਬ ਦੇ ਸਿਆਸੀ ਮਾਹੌਲ ਦੀ, ਕਿਉਂਕਿ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਇੱਕ ਧਿਰ ਹੋਰ ਆਈ ਹੈ, ਉਹ ਹੈ ਕਿਸਾਨ। ਇੱਕ ਧਿਰ ਚਾਹੁੰਦੀ ਸੀ, ਇੱਕ ਥਿਊਰੀ ਇਹ ਦਿੱਤੀ ਗਈ ਕਿ ਕਿਸਾਨਾਂ ਨੂੰ ਚੋਣ ਨਹੀਂ ਲੜਨੀ ਚਾਹੀਦੀ। ਇੱਕ ਧਿਰ ਇਹ ਵੀ ਕਹਿੰਦੀ ਸੀਗੀ ਕਿ ਕਿਸਾਨ ਜੇ ਪੋਲੀਟੀਕਲ ਸਿਸਟਮ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੀ ਕ੍ਰੈਡੀਬਿਲਿਟੀ ਉਹ ਨਹੀਂ ਰਹੇਗੀ। ਇੱਕ ਧਿਰ ਇਹ ਵੀ ਕਹਿੰਦੀ ਸੀਗੀ ਕਿ ਜੇਕਰ ਇਹ ਆ ਗਏ ਤਾਂ ਭਾਜਪਾ ਜੋ ਚਾਹੁੰਦੀ ਹੈ ਕਿ ਵੰਡੀਆਂ ਪੈਣ ਤਾਂ ਉਹ ਚੀਜ਼ਾਂ ਹੋਰ ਮਜ਼ਬੂਤ ਹੋ ਜਾਣਗੀਆਂ। ਕਿਹੜੀ ਥਿਊਰੀ ਸਹੀ ਹੈ, ਕਿਹੜੀ ਥਿਊਰੀ ਦੇ ਵਿੱਚ ਵਜ਼ਨ ਦਾ ਜ਼ਿਆਦਾ ਹੈ, ਜਾਂ ਇਸ ਵੇਲੇ ਸੰਯੁਕਤ ਮੋਰਚੇ ਦੇ ਜੋ ਉਮੀਦਵਾਰ ਨੇ ਉਹਨਾਂ ਦੀ ਗਰਾਊਂਡ ਸਥਿਤੀ ਕਿਹੋ ਜਿਹੀ ਹੈ, ਕਿਹੋ ਜਿਹੀ ਕੰਪੇਨ ਕਰ ਰਹੇ ਨੇ, ਇਹਦੇ ਬਾਬਤ ਗੱਲਬਾਤ ਕਰਾਂਗੇ ਆਪਾਂ। ਸ੍ਰੀ ਮੁਕਤਸਰ ਸਾਹਿਬ ਤੋਂ ਸਾਡੇ ਨਾਲ ਹੋਣਗੇ ਮੋਰਚੇ ਦੇ ਉਮੀਦਵਾਰ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਅਨਰੂਪ ਕੌਰ ਸੰਧੂ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਵਧਦੇ ਹਾਂ ਗੱਲਬਾਤ ਦੇ ਵੱਲ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੈਮ, ਕਦੋਂ ਤੇ ਕਿਵੇਂ ਤੈਅ ਹੋਇਆ ਕਿ ਟਿਕਟ ਲਈ ਜਾਵੇ, ਚੋਣ ਲੜੀ ਜਾਵੇ? ਜੀ ਜਿਵੇਂ ਸਭ ਲੋਕ ਜਾਣਦੇ ਹੈ ਕਿ ਮੋਰਚੇ ਨਾਲ ਮੈਂ ਇਸ ਤਰ੍ਹਾਂ ਜੁੜੀ ਹੋਈ ਹਾਂ ਕਿ ਜਦੋਂ ਮੋਰਚਾ ਸ਼ੁਰੂ ਹੋਇਆ, ਸਪੈਸ਼ਲੀ ਦਿੱਲੀ ਵਾਲਾ, ਤਾਂ ਮੈਂ ਉਹ ਸਾਰੇ ਅੰਦੋਲਨਕਾਰੀਆਂ ਦੀਆਂ ਲਿਸਟਾਂ ਬਣਾਉਣੀਆਂ ਸ਼ੁਰੂ ਕੀਤੀਆਂ ਜੋ ਆਪਣੇ ਇਸ ਅੰਦੋਲਨ ਵਿੱਚ ਸ਼ਹੀਦ ਹੋ ਗਏ। ਮੇਰਾ ਇੱਕ ਮਕਸਦ ਸੀ ਕਿ ਇਹਨਾਂ ਪਰਿਵਾਰਾਂ ਨੂੰ ਆਪਾਂ ਰੁਲਣ ਨਹੀਂ ਦੇਣਾ, ਇਹਨਾਂ ਨੂੰ ਆਪਾਂ ਹੁਣੇ ਸਾਂਭ ਲੈਣਾ ਹੈ। ਆਪਾਂ 47 ਵਿੱਚ ਪਰਿਵਾਰ ਰੋਲ ਲਏ, ਆਪਾਂ 84 ਵਿੱਚ ਪੰਜਾਬ ਰੋਲ ਲਏ। ਤਾਂ ਇੱਕ ਤਾਂ ਮੇਰਾ ਇਹ ਏਮ ਸੀ। ਦੂਜਾ ਮੇਰਾ ਏਮ ਸੀ ਇਹ ਕਿ ਸਰਕਾਰ, ਅੰਤਰਰਾਸ਼ਟਰੀ ਸੰਸਥਾਵਾਂ ਤੇ ਸਰਕਾਰਾਂ ਤੇ ਆਪਣੇ ਆਪ ਦੇ ਲੋਕਾਂ ਨੂੰ ਪਤਾ ਚੱਲੇ ਵੀ ਜਦੋਂ ਆਪਾਂ ਸੜਕਾਂ ਤੇ ਉਤਰਦੇ ਆਂ ਆਪਾਂ ਉਹਦੀ ਜੋ ਮਨੁੱਖੀ ਕੀਮਤ ਕੀ ਚੁਕਾਉਣੀ ਹੈ। ਠੀਕ ਹੈ, ਮਨੁੱਖੀ ਤੌਰ ਤੇ ਆਪਾਂ ਬਹੁਤ ਵੱਡੀ ਕੀਮਤ ਚੁਕਾਉਣੀ ਹੈ, ਜਿਸ ਕਰਕੇ ਮੈਂ ਇਹ ਲਿਸਟਾਂ ਬਣਾਉਣੀਆਂ ਸ਼ੁਰੂ ਕੀਤੀਆਂ। ਮੈਂ ਦਸੰਬਰ 2020 ਤੋਂ ਇਹ ਕੰਮ ਸ਼ੁਰੂ ਕੀਤਾ ਤੇ ਨਾਲ ਮੈਂ ਇਹ ਕੰਮ ਕਰਦੀ ਰਹੀ ਜਿੱਥੇ ਵੀ ਮਤਲਬ ਔਰ ਇਹ ਲਿਸਟਾਂ ਜਦੋਂ ਵੀ ਮਤਲਬ ਹਰ ਥੋੜੇ ਦਿਨ ਬਾਅਦ ਮੈਂ ਸੋਸ਼ਲ ਮੀਡੀਆ ਤੇ ਨਿਊਜ਼ਪੇਪਰ ਹਰ ਕਿਤੇ ਮੁਹੱਈਆ ਕਰਾਉਂਦੀ ਰਹੀ। ਇਹ ਉਹੀ ਲਿਸਟ ਹੈ ਜੋ ਸੁਪਰੀਮ ਕੋਰਟ ਵਿੱਚ ਵੀ ਗਈ ਜਦੋਂ ਕੇਸ ਪਿਆ, ਇਹ ਉਹੀ ਲਿਸਟ ਹੈ ਜਿਹੜੀ ਪਾਰਲੀਮੈਂਟ ਕੋਲ ਵੀ ਗਈ, ਇਹ ਉਹੀ ਲਿਸਟ ਹੈ ਜੋ ਐਸਕੇਐਮ ਵੀ ਕੋਟ ਕਰਦੇ ਸੀ, ਜੋ ਸੰਯੁਕਤ ਕਿਸਾਨ ਮੋਰਚਾ। ਇਹ ਸਾਰਾ ਡਾਟਾ ਤੁਸੀਂ ਇਕੱਠਾ ਕੀਤਾ? ਹਾਂਜੀ, ਇੰਡੀਵਿਜੂਅਲੀ ਜਾਂ ਜਥੇਬੰਦੀ ਦਾ? ਸ਼ੁਰੂ ਕੱਲੀ ਨੇ ਕੀਤਾ ਸੀ ਤੇ ਫਿਰ ਮੇਰੇ ਨਾਲ ਕੁਝ ਵੋਲੰਟੀਅਰਸ ਜੁੜੇ। ਉਹਨਾਂ ਦਾ ਨਾਮ ਹੈ ਹਰਿੰਦਰ ਹੈਪੀ ਸਪੋਕਸਪਰਸਨ ਰਹੇ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ। ਤੇ ਉਹ ਮੈਨੂੰ ਮਤਲਬ ਜਿਹੜਾ ਕੁਝ ਮੈਨੂੰ ਨਹੀਂ ਪਤਾ ਚੱਲਦਾ ਸੀ ਜਾਂ ਯੂਨੀਅਨ ਦੇ ਅੰਦਰ ਕੁਝ ਸੀ ਔਰ ਛਪੀ ਨਹੀਂ ਖਬਰ ਹੈ ਨਾ, ਉਹਦੇ ਬਾਰੇ ਮੈਨੂੰ ਦੱਸ ਦਿੰਦੇ ਸੀ ਜਾਂ ਮੈਂ ਉਹਨਾਂ ਤੋਂ ਡਿਟੇਲ ਲੈਂਦੀ ਰਹਿੰਦੀ ਸੀ ਵੀ ਇਹਦਾ ਪਤਾ ਕਰ ਦਿਓ ਜਾਂ ਉਹਦਾ। ਦੂਜੇ ਜੋ ਮੇਰੇ ਨਾਲ ਜੁੜੇ ਨੇ ਉਹ ਹੈ ਜੈ ਸਿੰਘ ਸੰਧੂ। ਉਹਨਾਂ ਨੇ ਟਰੋਲੀ ਟਾਈਮਸ ਤੇ ਪੈਰਲਲ ਪੇਜ ਵੀ ਖੋਲ੍ਹਿਆ ਬਲੌਗ ਦਾ, ਵੀ ਜੋ ਕੁਝ ਮੈਂ ਬਲੌਗ 'ਚ ਅਪਡੇਟ ਕਰਦੀ ਸੀ ਉਹ ਕਿਉਂਕਿ ਟਰੋਲੀ ਟਾਈਮਸ ਦੀ ਰੀਚ ਜ਼ਿਆਦਾ ਸੀ, ਉੱਥੇ ਪਹੁੰਚਦਾ ਰਵੇ। ਤੇ ਫਿਰ ਅਸੀਂ ਬਾਅਦ 'ਚੋਂ ਗਦਰ ਵੇਵ ਵੀ ਬਣਾਈ ਇੱਕ ਵੈਬਸਾਈਟ, ਉਹਦੇ ਤੇ ਵੀ ਸੇਮ ਲਿਸਟ ਚਲਾਉਣੀ ਸ਼ੁਰੂ ਕੀਤੀ ਵੀ 2-3 ਸੋਸ਼ਲ ਮੀਡੀਆ ਪਲੇਟਫਾਰਮ ਵੈਬਸਾਈਟਸ ਤੇ ਲੋਕਾਂ ਦੇ ਕੋਲ ਪਹੁੰਚਦੀ ਰਵੇ। ਨਾਲ ਦੀ ਨਾਲ ਇੱਕ ਅਮਰ ਮੰਡੇਰ ਹੈ ਜਿਨ੍ਹਾਂ ਨੇ ਮੇਰਾ ਫਰਵਰੀ ਤੋਂ ਮੇਰਾ ਸਾਥ ਦੇਣਾ ਸ਼ੁਰੂ ਕੀਤਾ ਤੇ ਹੁਣ ਤੱਕ ਅੰਤ ਤੱਕ ਮੇਰਾ ਬਹੁਤ ਸਾਥ ਦਿੱਤਾ। ਉਹ ਮੇਰਾ ਰਿਸਰਚ ਵਿੱਚ ਨਿਊਜ਼ ਭਾਲਣੀ ਇਹ ਸਭ ਕੰਮ ਕਰਦੇ ਸੀ। ਤੁਹਾਨੂੰ ਮੋਰਚੇ ਨੇ ਕਿਵੇਂ ਚੁਣਿਆ? ਤੁਹਾਡੇ ਨਾਲ ਹੋਰ ਦਾਅਵੇਦਾਰੀਆਂ ਕਿਹਦੀਆਂ ਸੀਗੀਆਂ, ਕੁਝ ਦੱਸ ਸਕਦੇ ਹੋ ਇਹਦੇ ਬਾਰੇ? ਹਾਂਜੀ ਜੀ, ਜਦੋਂ ਆਪਣੇ ਮੋਰਚੇ ਵਿੱਚ ਜਿਵੇਂ 26 ਜਨਵਰੀ 'ਚ ਜੋ ਕੁਝ ਹੋਇਆ ਸਾਕਾ, ਤੇ ਜਿਹੜਾ ਆਪਣਾ ਲਖੀਮਪੁਰ ਖੇਰੀ ਦਾ ਸਾਕਾ ਹੋਇਆ, ਉਹਨੇ ਮੈਨੂੰ ਝੰਜੋੜ ਕੇ ਰੱਖਤਾ ਕਿ ਆਪਾਂ ਕਿਸ ਤਰ੍ਹਾਂ ਦੇ ਨਾਗਰਿਕ ਹੈ ਇਸ ਦੇਸ਼ ਦੇ। ਜੇ ਆਪਣੇ ਜਿਹੜੇ ਸਿਆਸਤਦਾਨ ਆਪਾਂ ਚੁਣਦੇ ਆ ਉਹ ਇੰਨੇ ਘਟੀਆ ਸੋਚਦੇ ਆ ਕਿ ਉਹ ਆਪਣੇ ਲੋਕਾਂ ਤੇ ਗੱਡੀਆਂ ਚੜਾਉਣਾ ਚਾਹੁੰਦੇ ਆ, ਉਹਨਾਂ ਨੂੰ ਗੋਲੀਆਂ ਮਰਵਾਉਣਾ ਚਾਹੁੰਦੇ ਤਾਂ ਕਿ ਉਹ ਆਪਣੇ ਕਿਉਂਕਿ ਸਿਰਫ ਆਪਣੇ ਹੱਕਾਂ ਲਈ ਆਏ ਹੈ। ਤਾਂ ਜਦੋਂ ਵੀ ਆਪਣਾ ਮਤਲਬ ਇਹ ਖਤਮ ਹੋਇਆ, ਖਤਮ ਤਾਂ ਨਹੀਂ, ਸਸਪੈਂਡ ਹੋਇਆ, ਖਤਮ ਨਹੀਂ ਹੋਇਆ, ਜਦੋਂ ਆਪਣਾ ਅੰਦੋਲਨ ਸਸਪੈਂਡ ਹੋਇਆ, ਮੁਲਤਵੀ ਹੋਇਆ, ਉਦੋਂ ਮੈਂ ਸੋਚਿਆ ਵੀ ਚਲੋ ਵੀ ਹੁਣ ਤਾਂ ਸਾਰਿਆਂ ਨੂੰ ਐਕਸਾਈਟਮੈਂਟ ਸੀ ਵੀ ਇੰਨੇ ਲੋਕ ਪੰਜਾਬ ਦੇ ਉੱਠੇ, ਸਾਰੇ ਭਾਰਤ ਨੂੰ ਜਗਾਤਾ ਇਹਨਾਂ ਨੇ, ਸਾਰਾ ਦਾ ਮੂੰਹ ਪੰਜਾਬ ਵੱਲ ਸੀ। ਪੰਜਾਬ ਹੁਣ ਕੀ ਕਰੂਗਾ ਕਿਉਂਕਿ ਇੱਥੇ ਆ ਗਿਆ ਇਲੈਕਸ਼ਨ, ਕੀ ਇਹ ਕੋਈ ਬਦਲਾਵ ਲਿਆਊਗਾ? ਪਰ ਇਲੈਕਸ਼ਨ ਨੂੰ ਲੈ ਕੇ ਤੁਹਾਡੇ ਵਿੱਚ ਜਿਹੜੀਆਂ ਜਥੇਬੰਦੀਆਂ ਸੀ, 32 ਜਥੇਬੰਦੀਆਂ, ਉਹ ਦੋ ਰਾਏ ਸੀ। ਇੱਕ ਧਿਰ ਕਹਿੰਦੀ ਹੈ ਕਿ ਇਲੈਕਸ਼ਨ ਨਹੀਂ ਲੜਨਾ, ਹਲੇ ਵਿਸਲ ਬਲੋਅਰ ਬਣ ਕੇ, ਹਲੇ ਪ੍ਰੈਸ਼ਰ ਗਰੁੱਪ ਬਣ ਕੇ ਕੰਮ ਕਰਨਾ ਹੈ। ਪਰ ਰਾਜੇਵਾਲ ਸਾਹਿਬ ਦੇ ਬਾਬਤ ਕਿਹਾ ਜਾ ਰਿਹਾ ਕਿਉਂ ਕਾਲੀ ਕਰਕੇ? ਜੀ ਐਸਾ ਇਹ ਤਾਂ ਜਥੇਬੰਦੀਆਂ ਦੇ ਆਪਸ 'ਚ, ਮੈਂ ਕਿਸੇ ਜਥੇਬੰਦੀ ਨਾਲ ਜੁੜੀ ਨਹੀਂ ਹੋਈ। ਪਰ ਮੈਂ ਜੇ ਇਲੈਕਸ਼ਨ ਲੜਨਾ ਚਾਹੁੰਦੀ ਸੀ ਤਾਂ ਮੈਂ ਉਹਨਾਂ ਕਿਸਾਨ ਯੂਨੀਅਨਸ ਦੇ ਨਾਲ ਹੀ ਰਲ ਕੇ ਲੜਨਾ ਚਾਹੁੰਦੀ ਸੀ ਜਿਨ੍ਹਾਂ ਨੇ ਐਡੀ ਵੱਡੀ ਲਹਿਰ ਨੂੰ ਹੁਣ ਤੱਕ ਜਾਰੀ ਰੱਖਿਆ ਤੇ ਇਹਨੂੰ ਅੰਤ ਤੱਕ ਲੈ ਕੇ ਗਏ, ਕੋਈ ਨਾ ਕੋਈ ਨਿਰਣੇ ਤੱਕ ਲੈ ਕੇ ਗਏ। ਔਰ ਜਿਹੜਾ ਪਹਿਲਾ ਵਾਅਦਾ ਕੀਤਾ ਸੀ ਕਿ ਅਸੀਂ ਲਾਅ ਵਾਪਸ ਕਰਾਵਾਂਗੇ, ਐਟਲੀਸਟ ਉਹ ਆਪਾਂ ਕਰਾਇਆ। ਤੇ ਜਥੇਬੰਦੀਆਂ, ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਇਹ ਜ਼ਰੂਰੀ ਹੈ ਕਿ ਪੋਲੀਟੀਕਲ ਜਿਹੜੀ ਪਾਰਟੀ ਹੈ ਤੇ ਜਿਹੜੀ ਅੰਦੋਲਨ ਵਾਲੀ ਪਾਰਟੀ ਹੈ ਉਹ ਅੱਡ ਰਹਿਣ, ਕਿਉਂਕਿ ਹਜੇ ਅੰਦੋਲਨ ਦੇ ਆਪਣੇ ਬਹੁਤ ਸਾਰੇ ਮਸਲੇ ਆ ਜੋ ਸੁਲਝੇ ਨਹੀਂ ਹੈ ਔਰ ਜ਼ਰੂਰੀ ਹੈ ਕਿ ਉਹ ਇੱਕ ਦੂਜੇ ਨਾਲ ਨਾ ਮਿਲਣ। ਪਰ ਇਹ ਵੀ ਦੇਖਿਆ ਗਿਆ ਹੈ ਕਿ ਜੋ ਪਾਰਟੀਜ਼ ਦੀ ਮੀਟਿੰਗ ਹੋਈ ਹੈ ਐਸਕੇਐਮ ਤੇ ਐਸਐਸਐਮ, ਉਹਨਾਂ ਨੇ ਐਸਐਸਐਮ ਨੂੰ ਸਿਰਫ ਤੇ ਸਿਰਫ ਸਸਪੈਂਡ ਕੀਤਾ ਹੈ 4 ਮਹੀਨਿਆਂ ਲਈ ਔਰ 4 ਮਹੀਨਿਆਂ ਬਾਅਦ ਰਿਵਿਊ ਕਰਨਗੇ ਵੀ ਜਿਹੜਾ ਉਹਨਾਂ ਦਾ ਪੋਲੀਟੀਕਲ ਸਟੈਂਡ ਹੈ ਉਹ ਕਿੰਨਾ ਸਕਸੈਸਫੁਲ ਰਿਹਾ ਔਰ ਉਹ ਕਿੰਨਾ ਓਨੈਸਟਲੀ ਉਹਨਾਂ ਨੇ ਉਹਨੂੰ ਨਿਭਾਇਆ।
ਠੀਕ ਹੈ, ਚਰਚਾਵਾਂ ਇਹ ਵੀ ਨੇ ਮੈਮ ਕਿ ਰਾਜੇਵਾਲ ਜੀ ਦੀਆਂ ਪੋਲੀਟੀਕਲ ਇੱਛਾਵਾਂ ਸੀਗੀਆਂ, ਹਨਾ, ਉਹ ਡਿਜ਼ਾਇਰ ਸੀਗੀਆਂ ਜਿਨ੍ਹਾਂ ਤੇ ਉਹ ਕਾਬੂ ਨਹੀਂ ਪਾ ਸਕੇ ਔਰ ਉਹਨਾਂ ਨੂੰ ਇਸ ਸਿਸਟਮ ਦੇ ਵਿੱਚ ਆਉਣਾ ਪਿਆ ਔਰ ਇਹ ਚੀਜ਼ਾਂ ਭਾਜਪਾ ਦਾ ਫਾਇਦਾ ਕਰਨਗੀਆਂ। ਜੀ ਇਦਾਂ ਦੇ ਤਾਂ ਬਹੁਤ ਸਾਰੇ ਲੋਕ ਰੂਮਰਸ ਤੇ ਆਪਦਾ ਸਟਿਪੂਲੇਟ ਕਰਦੇ ਹੀ ਰਹਿੰਦੇ ਵੀ ਇਦਾਂ ਹੋ ਜਾਊਗਾ ਜਾਂ ਇਹ ਸੋਚਦੇ ਹੋਣੇ ਹੈ। ਕੋਈ ਕਹਿੰਦਾ ਇਹ ਆਪ ਕਹਿੰਦੇ ਆ ਬੀਜੇਪੀ ਦੀ ਬੀ ਟੀਮ ਹੈ, ਕੋਈ ਕਹਿੰਦਾ ਵੀ ਸਾਡੀ ਜਿਹੜੀ ਕਿਸਾਨੀ ਹੈ ਬੀਜੇਪੀ ਦੀ ਬੀ ਟੀਮ ਹੈ। ਬੀਜੇਪੀ ਦੀ ਟੀਮ ਪਹਿਲਾਂ ਇੱਥੇ ਪੂਰੀ ਕਰ ਲੈਣ। ਲੋਕ ਬੀਜੇਪੀ ਤੋਂ ਇੰਨੇ ਜ਼ਿਆਦਾ ਤੰਗ ਸੀ, ਉਹ ਲੋਕ ਤੁਸੀਂ ਆਪ ਹੀ ਸੋਚੋ, ਚਾਹੇ ਉਹ ਐਸਕੇਐਮ ਹੈ ਚਾਹੇ ਉਹ ਐਸਐਸਐਮ ਹੈ, ਇਹਨਾਂ ਦੇ ਜਿਹੜੇ ਆਪਣੇ ਨੁਮਾਇੰਦੇ ਹੈ ਉਹ ਕਿਉਂ ਕਹਿਣਗੇ ਲੋਕਾਂ ਨੂੰ ਵੀ ਤੁਸੀਂ ਇਹਨਾਂ ਨੂੰ ਵੋਟ ਪਾਓ ਜਿਨ੍ਹਾਂ ਨੇ ਤੁਹਾਡੇ 800 ਘਰ ਉਜਾੜ ਜਿਨ੍ਹਾਂ ਨੇ ਤੁਹਾਨੂੰ 1.5 ਸਾਲ ਤੱਕ ਸੜਕਾਂ ਤੇ ਪਾਇਆ। ਸਾਡੇ ਜਿੰਨੇ ਵੀ ਐਸਕੇਐਮ ਵਾਲੇ ਉਹਨਾਂ ਨੇ ਵੀ ਸਾਫ਼-ਸਾਫ਼ ਕਿਹਾ ਵੀ ਅਸੀਂ ਦੱਸਾਂਗੇ ਨਹੀਂ ਕਿਹਨੂੰ ਵੋਟ ਪਾਉਣੀ ਹੈ, ਪਰ ਵੋਟ ਤੁਹਾਡਾ ਨੈਤਿਕ ਅਧਿਕਾਰ ਹੈ। ਔਰ ਮੈਨੂੰ ਲੱਗਦਾ ਕਿ ਕਿਸਾਨ ਜੋ ਇਹਨਾਂ ਦਾ ਇੱਕਾ ਬਣਿਆ ਆਪਸ ਵਿੱਚ ਤੇ ਮਜ਼ਦੂਰਾਂ ਦਾ, ਕੱਲੇ ਕਿਸਾਨ ਨਹੀਂ, ਉੱਥੇ ਸਭ ਵਰਗ ਦੇ ਲੋਕ ਬੈਠੇ ਸੀ। ਕਿਸਾਨੀ ਅੰਦੋਲਨ ਬਾਰ-ਬਾਰ ਮੈਂ ਕਹਿ ਰਹੀ ਹਾਂ ਕਿ ਕੱਲੇ ਆਪਣੇ ਕਿਸਾਨ ਜਥੇਬੰਦੀਆਂ ਨੇ ਨਹੀਂ ਜਿਤਾਇਆ, ਆਪਣੇ ਵਰਗੇ ਆਮ ਲੋਕ ਜਿਨ੍ਹਾਂ ਨੇ ਆਪਦੀ ਡਿਊਟੀ ਸਮਝੀ ਕਿ ਅਸੀਂ ਪੰਜਾਬੀ ਹੈ, ਪੰਜਾਬੀਅਤ ਦੀ ਹੋਂਦ ਦੀ ਗੱਲ ਹੈ, ਉਹ ਸਾਰੇ ਲੋਕਾਂ ਦੇ ਇਹ ਅੰਦੋਲਨ ਜਿਤਾਇਆ ਤੇ ਉਹ ਲੋਕ ਚਾਹੁੰਦੇ ਸੀ ਕਿ ਕੋਈ ਬਦਲਾਅ ਆਵੇ। ਜੀ ਅੱਛਾ, ਮੈਨੂੰ ਇਹ ਦੱਸੋ ਵੀ ਜਿਹੜੀਆਂ ਧਿਰਾਂ ਇਹ ਕਹਿੰਦੀਆਂ ਕਿ ਇਲੈਕਸ਼ਨ ਨਹੀਂ ਲੜਨਾ ਚਾਹੀਦਾ, ਤੁਸੀਂ ਉਹਨਾਂ ਦੇ ਵਿੱਚ ਹੀ ਇਨਵੋਲਵ ਹੋ ਜਾਓਗੇ, ਤੁਹਾਡੇ ਨਾਲ ਲੋਕ ਨਹੀਂ ਰਹਿਣਗੇ ਕਿਉਂਕਿ ਪੋਲੀਟੀਕਲ ਸਿਸਟਮ ਦੇ ਵਿੱਚ ਆਓਗੇ, ਤੁਹਾਨੂੰ ਝੂਠੇ ਵਾਅਦੇ ਕਰਨੇ ਪੈਣਗੇ, ਤੁਹਾਨੂੰ ਝੂਠੇ ਲਾਰੇ ਲਾਉਣੇ ਪੈਣਗੇ। ਇਹਦੀ ਬਜਾਏ ਜੇਕਰ ਤੁਸੀਂ ਪ੍ਰੈਸ਼ਰ ਗਰੁੱਪ ਬਣ ਕੇ ਕੰਮ ਕਰੋਗੇ ਤਾਂ ਬਿਹਤਰ ਹੋਏਗਾ ਕਿਉਂਕਿ ਤੁਸੀਂ ਸਰਕਾਰ ਝੁਕਾ ਕੇ ਹਟੇ ਸੀ। ਦੋਨਾਂ ਥਿਊਰੀਜ਼ ਨੂੰ ਤੁਸੀਂ ਕਿਵੇਂ ਲੈਂਦੇ ਹੋ, ਤੁਸੀਂ ਕਿਵੇਂ ਡਿਫਾਈਨ ਕਰੋਗੇ ਕਿ ਹਾਂ ਇਲੈਕਸ਼ਨ ਲੜਨਾ ਸਹੀ ਹੈ? ਜੀ ਜਿਹੜਾ ਆਪਣਾ ਲੋਕਤੰਤਰ ਹੈ, ਪਹਿਲਾਂ ਤਾਂ ਆਪਾਂ ਲੋਕਤੰਤਰਿਕ ਦੇਸ਼ 'ਚ ਰਹਿੰਦੇ ਹਾਂ, ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ ਲੋਕਾਂ ਨੂੰ। ਜੇ ਅੰਦੋਲਨ ਆਪਣਾ ਅਧਿਕਾਰ ਹੈ, ਅੰਦੋਲਨ ਇੱਕ ਟੂਲ ਹੈ, ਇੱਕ ਤਰੀਕਾ ਹੈ ਆਪਣੇ ਹੱਕ ਲੈਣ ਦਾ, ਪਰ ਦੂਜਾ ਤਰੀਕਾ ਇਲੈਕਸ਼ਨ ਹੈ। ਔਰ ਅੰਦੋਲਨ ਆਪਾਂ ਹਰ ਵਾਰ ਨਹੀਂ ਕਰ ਸਕਦੇ। ਅੰਦੋਲਨ ਜਦੋਂ ਆਪਾਂ ਕਰਦੇ ਹਾਂ ਆਪਣਾ ਤਾਂ ਜਾਨੀ ਮਾਲੀ ਨੁਕਸਾਨ ਹੁੰਦਾ ਹੀ ਹੈ, ਜਿਹਦੀ ਤਾਂ ਮੈਂ ਰਿਪੋਰਟ ਰੱਖਤੀ ਹੈ ਸਾਰਿਆਂ ਦੇ ਸਾਹਮਣੇ ਕਿ ਆਪਣੇ ਕਿੰਨੇ ਪਰਿਵਾਰ ਉੱਜੜਦੇ ਹੈ, ਕਿੰਨੇ ਆਪਣੇ ਬੱਚੇ, ਆਪਣੀਆਂ ਮਾਵਾਂ ਆਪਣੇ ਤੋਂ ਵੱਖ ਹੋ ਗਈਆਂ। ਹੁਣ ਉਹ ਘਾਟਾ ਕਿਵੇਂ ਪੂਰਾ ਕਰਾਂਗੇ ਆਪਾਂ? ਉਹਦੇ ਨਾਲ ਨਾਲ ਜਿਹੜੇ ਆਮ ਲੋਕ ਵੀ ਤੰਗ ਹੁੰਦੇ ਆ ਜਦੋਂ ਆਪਾਂ ਅੰਦੋਲਨ ਕਰਦੇ ਆ। ਠੀਕ ਹੈ, ਅੰਦੋਲਨ ਕਰੋ, ਪਰ ਜੇ ਆਪਣਾ ਹੱਕ ਇਲੈਕਸ਼ਨ ਲੜਨ ਦਾ ਵੀ ਹੈ ਔਰ ਇਲੈਕਸ਼ਨ ਦਾ ਕ੍ਰਾਈਟੇਰੀਆ ਵੀ ਹੈ ਕਿ ਤੁਸੀਂ 25 ਸਾਲ ਦੇ ਹੋਣੇ ਚਾਹੀਦੇ ਹੋ ਤੇ ਪਾਗਲ ਨਹੀਂ ਹੋਣੇ ਚਾਹੀਦੇ, ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ। ਉਦੋਂ ਬਾਅਦ ਤਾਂ ਕੋਈ ਵੀ ਵਰਗ ਇਲੈਕਸ਼ਨ ਲੜ ਸਕਦਾ ਹੈ। ਔਰ ਆਪਣਾ ਪੰਜਾਬ ਜੋ ਹੈ ਇਹ ਐਗਰੀਕਲਚਰ ਸਟੇਟ ਹੈ ਤੇ ਸਭ ਤੋਂ ਜ਼ਿਆਦਾ ਕਿਸਾਨ ਜਾਂ ਕਿਸਾਨੀ ਨਾਲ ਜੁੜੇ ਆਕੂਪੇਸ਼ਨਸ ਹੈ, ਤੇ ਕਿਸਾਨ ਫਿਰ ਕਿਉਂ ਨਾ ਇਹਦੇ ਵਿੱਚ ਭਾਗੀਦਾਰੀ ਲੈਣ? ਅੱਛਾ, ਮੈਨੂੰ ਇਹ ਦੱਸੋ ਵੀ ਜਿਹੜੀਆਂ ਧਿਰਾਂ ਇੱਕਮਤ ਨਹੀਂ, ਤੁਸੀਂ 32 ਜਥੇਬੰਦੀਆਂ ਦੀ ਗੱਲ ਕੀਤੀ, ਮੇਰੇ ਖਿਆਲ 'ਚ 10 ਤੁਹਾਡੇ ਨਾਲ ਨਹੀਂ ਆਏ, 22 ਆਏ ਨੇ, ਉਹਨਾਂ ਦੇ ਵਿੱਚੋਂ ਵੀ ਕੁਝ ਥਿੜਕੇ, ਕਿ ਤੁਹਾਨੂੰ ਨਹੀਂ ਲੱਗਦਾ ਕਿ ਸਾਰਿਆਂ ਨੂੰ ਜੇ ਨਾਲ ਲੈ ਕੇ ਤੁਰਿਆ ਜਾਂਦਾ ਤਾਂ ਹੋਰ ਜ਼ਿਆਦਾ ਚੋਟ ਵੱਜ ਸਕਦੀ ਸੀ? ਜੀ ਜ਼ਿਆਦਾਤਰ ਜੋ ਐਸਕੇਐਮ ਵਿੱਚੋਂ ਧਿਰਾਂ ਨਹੀਂ ਆਈਆਂ, ਉਹਨਾਂ ਦਾ ਜੋ ਕਨਸਟੀਟਿਊਸ਼ਨ ਹੈ ਆਪਦਾ ਯੂਨੀਅਨ ਦਾ, ਉਹਨਾਂ ਨੂੰ ਅਲਾਉ ਹੀ ਨਹੀਂ ਕਰਦੇ ਇਲੈਕਟੋਰਲ ਇਲੈਕਸ਼ਨਸ ਲੜਨ ਨੂੰ। ਤੁਸੀਂ ਦੇਖੋ ਉਗਰਾਹਾਂ ਜੀ ਹੋ ਗਏ ਜਾਂ ਕਿਵੇਂ, ਇਹਨਾਂ ਦਾ ਜੋ ਸੰਵਿਧਾਨ ਹੈ, ਜੋ ਆਈਡੀਓਲੋਜੀ ਹੈ, ਉਹ ਇਸ ਸਿਸਟਮ ਦੇ ਵਿੱਚ ਨਹੀਂ ਆਉਣਾ ਚਾਹੁੰਦੇ। ਹਾਂਜੀ, ਉਹਨਾਂ ਦਾ ਸੰਵਿਧਾਨ ਮਤਲਬ ਜੋ ਉਹਨਾਂ ਦਾ ਯੂਨੀਅਨ ਦਾ ਮੈਂਬਰ ਬਣਨ ਦਾ ਕ੍ਰਾਈਟੇਰੀਆ ਹੈ, ਉਹੀ ਕਹਿੰਦਾ ਉਹਨੂੰ ਪਹਿਲਾਂ ਬਦਲਣਗੇ ਜੇ ਬਦਲਣਾ ਚਾਹੁੰਦੇ ਹੈ। ਉਹਨਾਂ ਦੀ ਆਈਡੀਓਲੋਜੀ ਵੀ ਐਕਸਟ੍ਰੀਮ ਲੈਫਟ ਹੈ, ਜੋ ਮਤਲਬ ਪੀਪਲਸ ਰਾਈਟ, ਪੀਪਲਸ ਮੂਵਮੈਂਟਸ ਵੱਲ ਜ਼ਿਆਦਾ ਹੈ। ਜ਼ਰੂਰੀ ਹੈ ਦੋਨੋਂ ਟਾਈਪ ਦੇ ਆਪਣੇ ਯੂਨੀਅਨਸ ਤੁਰਨ, ਕਿਉਂਕਿ ਅਗਰ ਇਹ ਯੂਨੀਅਨਸ ਜਿਹੜੇ ਹੁਣ ਮਿਲ ਕੇ ਪਾਰਟੀ ਬਣਾ ਰਹੇ, ਇਹਨਾਂ ਦਾ ਵੀ ਪ੍ਰੈਸ਼ਰ ਗਰੁੱਪ ਉਹ ਯੂਨੀਅਨਸ ਰਹਿਣਗੀਆਂ, ਕਿਉਂਕਿ ਇਹ ਯੂਨੀਅਨਸ 4 ਮਹੀਨੇ ਲਈ ਸਿਰਫ ਤੇ ਸਿਰਫ ਸਸਪੈਂਡ ਹੋਈਆਂ, ਵਾਪਸ ਇਹਨਾਂ ਨੇ ਐਸਕੇਐਮ 'ਚ ਹੀ ਜੁੜਨਾ। ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਵਾਪਸ ਐਸਕੇਐਮ ਦੇ ਵਿੱਚ ਆਓਗੇ, ਚਲੋ ਤੁਸੀਂ ਤਾਂ ਕਿਸੇ ਯੂਨੀਅਨ ਦਾ ਹਿੱਸਾ ਨਹੀਂ, ਜਦੋਂ ਰਾਜੇਵਾਲ ਜੀ ਜਾਂ ਹੋਰ ਜਿਹੜੀਆਂ ਧਿਰਾਂ ਲੜ ਰਹੀਆਂ ਨੇ ਤਾਂ ਇਹਨਾਂ ਦਾ ਉਹ ਔਰਾ ਰਹਿ ਜਾਏਗਾ? ਕਿਉਂਕਿ ਇੱਕ ਪਹਿਲਾਂ ਤੁਸੀਂ ਸਾਰੇ ਧਿਰਾਂ ਦੇ ਲੀਡਰ ਸੀ, ਪਹਿਲਾਂ ਤੁਸੀਂ ਕਿਸਾਨ ਦੇ, ਮਜ਼ਦੂਰ ਦੇ, ਈਵਨ ਕਿ ਵਪਾਰੀ ਵੀ ਤੁਹਾਡੇ ਨਾਲ ਆ ਕੇ ਖੜਾ, ਆੜਤੀਆ ਵੀ ਖੜਾ, ਪਰ ਇਹ ਜਦੋਂ ਐਜ਼ ਏ ਪੋਲੀਟੀਕਲ ਪਰਸਨੈਲਿਟੀ ਤੁਸੀਂ ਜਾਓਗੇ, ਵਾਪਸੀ ਕਰੋਗੇ, ਤਾਂ ਚੀਜ਼ਾਂ ਮੇਨਟੇਨ ਰਹਿ ਜਾਣਗੀਆਂ? ਜੀ ਬਿਲਕੁਲ, ਤਾਈਓ ਤਾਂ ਅਸੀਂ ਪਾਰਟੀ ਦਾ ਨਾਮ ਸੰਯੁਕਤ ਸਮਾਜ ਮੋਰਚਾ ਕੀਤਾ ਹੈ। ਕਿਸਾਨ ਕੱਲੇ, ਕਿਉਂਕਿ ਕਿਸਾਨ ਅੰਦੋਲਨ ਤੋਂ ਇਹ ਕਲੀਅਰ ਹੋ ਗਿਆ ਸੀ ਕਿ ਇਹ ਅੰਦੋਲਨ ਕੱਲੇ ਕਿਸਾਨੀ ਦਾ ਨਹੀਂ ਹੈ, ਉਹਨਾਂ ਸਾਰੇ ਪੰਜਾਬੀਆਂ ਦਾ ਹੈ ਜਿਨ੍ਹਾਂ ਦੀ ਹੋਂਦ ਨੂੰ ਖਤਰਾ ਸੀ, ਜਿਨ੍ਹਾਂ ਦੀ ਹੋਂਦ ਨੂੰ ਬਾਰ-ਬਾਰ ਸੱਟ ਮਾਰੀ ਜਾ ਰਹੀ ਹੈ। ਔਰ ਕਿਸਾਨ ਅੰਦੋਲਨ 'ਚ ਅਸੀਂ ਸਾਫ਼ ਦੇਖ ਚੁੱਕੇ ਹਾਂ ਕਿ ਜਿਹੜਾ ਆਪਣਾ ਨੈਸ਼ਨਲ ਮੀਡੀਆ ਹੈ ਉਹ ਕਿਸ ਤਰ੍ਹਾਂ ਸਾਨੂੰ ਪ੍ਰੈਜ਼ੈਂਟ ਕਰ ਰਿਹਾ ਹੈ ਸਾਰੀ ਦੁਨੀਆ ਨੂੰ ਤੇ ਸਾਰੇ ਭਾਰਤ ਨੂੰ। ਉਹ ਸਾਰੇ ਸਿਸਟਮ ਨਾਲ ਅਸੀਂ ਲੜੇ ਹਾਂ ਤੇ ਹੁਣ ਅਸੀਂ ਬਦਲਾਵ ਚਾਹੁੰਦੇ ਹਾਂ, ਕਿਉਂਕਿ ਸਾਡੇ ਆਪਦੇ ਲੀਡਰ ਵੀ ਉਹਦੇ ਵਿੱਚ ਇਕੁਅਲ ਭਾਗੀਦਾਰੀ ਰੱਖਦੇ ਹੈ, ਜਿਨ੍ਹਾਂ ਨੇ ਸਾਨੂੰ ਸੜਕਾਂ ਤੇ ਰੋਲਿਆ, ਜਿੰਨਾ ਕਰਕੇ ਸਾਡੇ ਲੋਕਾਂ ਨੂੰ ਸੜਕਾਂ ਤੇ ਬਹਿਣਾ ਪਿਆ। ਆਪਣੀ ਰਵਾਇਤੀ ਪਾਰਟੀਆਂ ਜਿੰਨੀਆਂ ਵੀ ਇੱਥੇ ਸੀਗੀਆਂ, ਇਹਨਾਂ ਨੇ ਉਸ ਟਾਈਮ ਹੱਥ ਨਹੀਂ ਫੜੇ ਲੋਕਾਂ ਦੇ, ਜਦੋਂ ਲੋਕ ਪੰਜਾਬ 'ਚ ਅਜੇ ਸ਼ੁਰੂ ਹੋਇਆ ਸੀ ਅੰਦੋਲਨ, ਜਦੋਂ ਬਿੱਲ ਨੂੰ ਲੈ ਕੇ ਬੈਠੇ ਸੀ, ਜਦੋਂ ਦਿੱਲੀ ਦੇ ਬਰੂਹਾਂ ਤੇ ਵੀ ਬਹਿ ਗਏ, ਉਦੋਂ ਇਹਨਾਂ ਨੇ ਸਿਰਫ ਸਟੇਜ ਤੇ ਚੜ੍ਹਨ ਪਿੱਛੇ ਰੌਲਾ ਪਾਇਆ, ਹੋਰ ਇਹਨਾਂ ਨੇ ਕੋਈ ਮਦਦ ਨਹੀਂ ਕੀਤੀ। ਅੱਛਾ, ਇਹ ਥਿਊਰੀ 'ਚ ਕਿੰਨਾ ਕੁ ਵਜ਼ਨ ਹੈ ਮੈਮ? ਤੁਸੀਂ ਪ੍ਰੋਫੈਸਰ ਹੋ, ਪ੍ਰੋਫੈਸਰ ਬੰਦਾ ਨਾਰਮਲੀ ਆਮ ਲੋਕਾਂ ਨਾਲੋਂ ਜ਼ਿਆਦਾ ਵਿਜ਼ਨਰੀ ਹੁੰਦਾ, ਜ਼ਿਆਦਾ ਉਹਨਾਂ ਚੀਜ਼ਾਂ ਨੂੰ ਖੰਗਾਲਦਾ, ਪੜ੍ਹਿਆ ਲਿਖਿਆ ਹੁੰਦਾ ਨਾ, ਕਿ ਜਿਹੜੇ ਲੋਕ ਕਹਿੰਦੇ ਨੇ ਕਿ ਬਈ ਪੋਲਿਟਿਕਸ ਨੂੰ ਝੁਕਾਉਣਾ
ਕਿਉਂਕਿ ਕੁਰਕੀ ਹੁੰਦੀ ਹੈ ਇਹ ਕਿਸਾਨ ਧਿਰਾਂ ਕਹਿੰਦੀਆਂ ਨੇ ਕਿ ਕੋਈ ਬਾਦਲ ਜਾਂ ਸੁਖਬੀਰ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ, ਭਗਵੰਤ ਮਾਨ ਕੁਰਕੀ ਨਹੀਂ ਰੋਕ ਸਕਦਾ, ਅਸੀਂ ਰੋਕਦੇ ਹਾਂ। ਉਹ ਕਹਿੰਦੇ ਕਿ ਸਰਕਾਰ ਜੇ ਝੁਕੀ ਆ ਤਾਂ ਕਿਸਾਨੀ ਧਿਰਾਂ ਨੇ, ਲੋਕਾਂ ਨੇ ਝੁਕਾਈ ਆ, ਪੋਲੀਟੀਕਲ ਧਿਰਾਂ ਇਹਨੂੰ ਨਹੀਂ ਸੀ ਝੁਕਾ ਸਕਦੀਆਂ। ਆਪਾਂ ਦੇਖਦੇ ਹਾਂ ਐਜ਼ ਅ ਪੋਜੀਸ਼ਨ ਕਾਂਗਰਸ ਦਾ ਕੀ ਰੋਲ ਹੈ ਆਪਾਂ ਸਾਰੇ, ਤੇ ਇਹਨਾਂ ਚੀਜ਼ਾਂ ਨੂੰ ਕਿਵੇਂ ਜਦੋਂ ਇਹਨਾਂ ਥਿਊਰੀਆਂ ਦੇ ਵਿੱਚ ਵਿਚਰਦੇ ਹੋ ਤਾਂ ਇਹਨਾਂ ਨੂੰ ਕਿਵੇਂ ਕਾਊਂਟਰ ਕਰੋਗੇ? ਜੀ ਦੇਖੋ, ਮੈਂ ਸਿਆਸਤ ਬਾਰੇ ਹੀ ਕਹਿੰਨੀ ਹੈ ਕਿ ਸਿਆਸਤ ਮਾੜੀ ਨਹੀਂ, ਸਿਆਸਤਦਾਨ ਮਾੜਾ ਹੁੰਦਾ ਹੈ। ਔਰ ਆਪਾਂ ਹਰ ਟਾਈਮ ਸਿਆਸਤ ਕਰਦੇ ਹਾਂ। ਆਪਾਂ ਸੜਕਾਂ ਤੇ ਉਤਰੇ, ਉਹ ਵੀ ਆਪਣੀ ਸਿਆਸਤ ਸੀ। ਆਪਾਂ ਜਿਹੜੇ ਲੋਕ ਚੁੱਪ ਰਹੇ ਉਸ ਟਾਈਮ ਤੇ ਉਹਨਾਂ ਦੀ ਸਿਆਸਤ ਸੀ। ਆਪਣੇ ਕਿੰਨੇ ਲੀਡਰ ਹੈ, ਚਾਹੇ ਬੀਜੇਪੀ ਦੀ ਤੁਸੀਂ ਭਾਜਪਾ ਦੀ ਗੱਲ ਕਰਦੇ ਹੋ, ਉਹਨਾਂ ਦੇ ਲੀਡਰਾਂ ਨੇ ਕਿੰਨਿਆਂ ਨੇ ਕਿਹਾ ਵੀ ਅਸੀਂ ਆਪਦੀ ਪਾਰਟੀ ਛੱਡ ਦਾਂਗੇ, ਤੁਸੀਂ ਕਿਸਾਨਾਂ ਦੀ ਗੱਲ ਨਹੀਂ ਸੁਣੀ। ਇਹ ਉਹੀ ਲੀਡਰ ਹੈ। ਹਾਂਜੀ, ਬਹੁਤ ਸਾਰੇ ਅੱਧੇ ਲੀਡਰ ਹੈ ਵੀ ਜਿਹੜੇ ਉੱਥੇ ਬੈਠੇ ਰਹੇ, ਉਹਨਾਂ ਨੇ ਆਪਦੀ ਉਹ ਨਹੀਂ ਛੱਡੀ, ਮਤਲਬ ਮਿਨਿਸਟਰੀ ਨਹੀਂ ਛੱਡੀ ਜਾਂ ਆਪਦੇ ਐਮਐਲਏ ਪਦ ਨਹੀਂ ਛੱਡੇ, ਕਿਉਂਕਿ ਉਹ ਆਪਣੇ ਮਸਲੇ ਹੀ ਨਹੀਂ ਸਮਝਦੇ, ਆਮ ਲੋਕਾਂ ਦੇ ਮਸਲੇ ਹੀ ਨਹੀਂ ਸਮਝਦੇ। ਤਾਂ ਮੈਨੂੰ ਇਹ ਲੱਗਦਾ ਹੈ ਵੀ ਦੇਖੋ, ਸਿਆਸਤ ਮਾੜੀ ਨਹੀਂ, ਚੰਗੀ ਸਿਆਸਤ ਵੀ ਹੋ ਸਕਦੀ ਹੈ। ਤੇ ਚੰਗੀ ਸਿਆਸਤ ਜੇ ਹੋਵੇ ਤਾਂ ਲੋਕ ਭਲਾਈ ਦੇ ਕਾਨੂੰਨ ਬਣ ਤਾਂ ਲੋਕਾਂ ਨੂੰ ਸੜਕਾਂ ਤੇ ਨਾ ਉਤਰਨਾ ਪਵੇ। ਤੇ ਇਦੋਂ ਬਾਅਦ ਇਹ ਜ਼ਰੂਰੀ ਵੀ ਹੈ ਕਿ ਅਸੀਂ ਸਿਆਸਤ ਵਿੱਚ ਇਹਨਾਂ ਨੂੰ ਥੋੜਾ ਜਿਹਾ ਦਮ ਦਿਖਾਈਏ ਆਪਦਾ, ਕਿਉਂਕਿ ਜਿਹੜੇ ਇਹ ਵਾਅਦੇ ਕਰਕੇ 15 ਜਨਵਰੀ ਵਾਲੇ ਸਾਡੇ ਨਾਲ ਮੁੱਕਰ ਗਈ ਹੈ ਸੈਂਟਰ ਸਰਕਾਰ, ਇਹਨੂੰ ਪਤਾ, ਇਹ ਉਹਦੇ ਤੇ ਪ੍ਰੈਸ਼ਰ ਗਰੁੱਪ ਵਾਂਗੂ ਕੰਮ ਕਰੂਗਾ ਵੀ ਅੱਜ ਇਹ ਵਿਧਾਨ ਸਭਾ ਦੇ ਇਲੈਕਸ਼ਨਾਂ 'ਚ ਆ ਗਏ, ਕੱਲ ਇਹ ਸਾਡੀ ਸਰਕਾਰ ਨੂੰ 2024 'ਚ ਵੀ ਲਲਕਾਰਨਗੇ। ਠੀਕ ਹੈ। ਤੇ ਇਸ ਕਰਕੇ ਜ਼ਰੂਰੀ ਹੈ ਵੀ ਅਸੀਂ ਆਪਦੀ ਤਾਕਤ ਉਹੀ ਇੱਕ ਕੰਮ ਬਣਾਈਏ ਤੇ ਇਹਨਾਂ ਨੂੰ ਝੁਕਾਈਏ। ਹਜੇ ਵੀ ਸਾਡਾ ਝੁਕਾਉਣ ਦਾ ਹੀ ਅੰਦੋਲਨ ਚੱਲ ਰਿਹਾ, ਇਹ ਇਲੈਕਸ਼ਨ ਦਾ ਅੰਦੋਲਨ ਹੈ। ਠੀਕ ਹੈ। ਅੱਛਾ, ਤੁਹਾਨੂੰ ਲੱਗਦਾ ਕਿ ਜੋ ਪੱਛਮੀ ਬੰਗਾਲ 'ਚ ਡੈਂਟ ਪਾਇਆ ਬੀਜੇਪੀ ਦੇ, ਉਹੀ ਜੇ ਡੈਂਟ ਯੂਪੀ ਦੇ ਵਿੱਚ ਪੈਂਦਾ ਤਾਂ ਚੀਜ਼ਾਂ ਹੋਰ ਸੋਲਿਡ ਹੋ ਸਕਦੀਆਂ? ਤੁਹਾਨੂੰ ਲੱਗਦਾ, ਤੁਸੀਂ ਸੋਚਦੇ ਹੋ ਜਦੋਂ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਨਾਲ ਘੋਖਦੇ ਹੋ, ਪੜਤਾਲਦੇ ਹੋ ਕਿ ਯਾਰ ਮੋਰਚਾ ਇੱਥੇ ਸੀ, ਇੱਥੇ ਆ ਗਿਆ, ਹੁਣ ਅਸੀਂ ਆਹ ਕਰ ਰਹੇ ਹਾਂ, ਸਾਨੂੰ ਈਵਨ ਕਿ ਸਿਲੈਕਸ਼ਨ ਆਫ ਕੈਂਡੀਡੇਟਸ ਤੇ ਵੀ ਜਵਾਬ ਦੇਣਾ ਪੈ ਰਿਹਾ ਹੈ, ਤਾਂ ਕੀ ਇਹ ਚੀਜ਼ਾਂ ਹੋ ਸਕਦੀਆਂ ਸੀਗੀਆਂ ਕਿ ਬਜਾਏ ਇਸ ਦੇ ਇੱਥੇ ਲੜਨ ਦੀ ਬਜਾਏ ਯੂਪੀ ਦੇ ਵਿੱਚ ਤੁਸੀਂ ਜ਼ਿਆਦਾ ਪਾਵਰਫੁਲ ਹੋ ਕੇ ਡੈਂਟ ਪਾ ਸਕਦੇ ਸੀ? ਜੀ, ਯੂਪੀ, ਹਰਿਆਣਾ, ਪੰਜਾਬ, ਰਾਜਸਥਾਨ, ਇਹ ਮੁੱਖ ਤੌਰ ਤੇ ਇਹਨਾਂ ਦੇ ਸਾਰੇ ਸਟੇਟਾਂ ਦੇ ਜਿਹੜੇ ਕਿਸਾਨ ਜਾਂ ਹੋਰ ਵੀ ਅੰਦੋਲਨਕਾਰੀ ਜਾਂ ਕਿਸਾਨੀ ਨਾਲ ਸੰਬੰਧ ਰੱਖਦੇ ਜਿੰਨੇ ਵੀ ਪ੍ਰੋਫੈਸ਼ਨ ਹੈ, ਉਹ ਸਾਰੇ ਲੋਕਾਂ ਨੇ ਅੰਦੋਲਨ ਕੀਤਾ ਹੈ, ਇਕੱਲੇ ਪੰਜਾਬ ਵਾਲਿਆਂ ਨੇ ਨਹੀਂ ਕੀਤਾ। ਇਹ ਗਲਤ ਧਾਰਨਾ ਦਿੱਤੀ ਗਈ ਹੈ ਵੀ ਇਕੱਲੇ ਪੰਜਾਬ ਵਾਲਿਆਂ ਨੇ ਅੰਦੋਲਨ ਕੀਤਾ, ਤੇ ਯੂਪੀ ਵਾਲੇ ਅੰਦੋਲਨਕਾਰੀ ਕਰ ਰਹੇ ਹੈ। ਉਹ ਬੀਜੇਪੀ ਨੂੰ ਨਹੀਂ ਵੰਡ ਦਿੰਦੇ ਆਪਦੇ ਪਿੰਡਾਂ 'ਚ। ਉਹਨਾਂ ਨੂੰ ਤੁਸੀਂ ਦੇਖੋ ਵੀ ਬੀਜੇਪੀ ਨੂੰ ਘਰਾਂ ਪਿੰਡਾਂ 'ਚ ਵਾਪਸ ਮੋੜਿਆ ਜਾ ਰਿਹਾ। ਉਹਨਾਂ ਤੇ ਤਾਂ ਖਾਪ ਦੇ ਸਿਸਟਮ ਹੈ, ਆਪਣੀਆਂ ਤਾਂ ਪੰਚਾਇਤਾਂ ਵੀ ਆਪਣੇ ਹੱਥ 'ਚ ਨਹੀਂ ਰਹੀਆਂ, ਵੀ ਪਾਰਟੀਆਂ 'ਚ ਹੁੰਦੀਆਂ। ਇੰਨਾ ਮਾੜਾ ਹਾਲ ਹੋ ਗਿਆ ਵੀ ਆਪਣਾ ਪੰਚ ਵੀ ਆਪਾਂ ਆਪ ਨਹੀਂ ਚਾਹੁੰਦੇ, ਉੱਥੇ ਤਾਂ ਉਹਨਾਂ ਦੀਆਂ ਫਿਰ ਵੀ ਖਾਪ ਪੰਚਾਇਤਾਂ ਜੋ ਆਪਦਾ ਭਾਈਚਾਰਾ ਏਕਾ ਰੱਖ ਕੇ ਉਹਨਾਂ ਨੂੰ ਕਰ ਰਹੇ। ਉੱਥੇ ਸਾਡੀ ਲੋੜ ਨਹੀਂ ਹੈ, ਉੱਥੇ ਬੰਗਾਲ ਵਿੱਚ ਨਹੀਂ ਇੰਨਾ ਲੈਵਲ ਤੇ ਨਹੀਂ ਹੋ ਰਿਹਾ ਸੀ, ਪਰ ਆਪਣਾ ਜਿਹੜਾ ਯੂਪੀ ਹੈ ਉੱਥੇ ਤਾਂ ਆਲਰੇਡੀ ਹੈਗੇ ਹੈ, ਉੱਥੇ ਜਾ ਕੇ ਅਸੀਂ ਕੀ ਕਰਨਾ ਸੀ? ਤੇ ਬਹੁਤ ਚੰਗੀ ਗੱਲ ਕੀਤੀ ਤੁਸੀਂ, ਬੰਗਾਲ ਦੀ ਗੱਲ ਕੀਤੀ। ਜਦੋਂ ਉੱਥੇ ਇਲੈਕਸ਼ਨਾਂ 'ਚ ਆਪਣੇ ਕਿਸਾਨ ਗਏ, ਉਦੋਂ ਤੋਂ ਸਿਆਸਤਦਾਨ ਨਹੀਂ ਲੱਗੇ ਕਿਸੇ ਨੂੰ। ਠੀਕ ਹੈ। ਤੇ ਹੁਣ ਆਪਦੇ ਜਾ ਕੇ ਜਦੋਂ ਆਪਦੇ ਲੋਕਾਂ ਦਾ ਭਲਾ ਕਰ ਰਹੇ ਹੈ ਜਾਂ ਆਪਦੇ ਹੱਕ ਮੰਗ ਰਹੇ ਹੈ ਔਰ ਚਾਹੁੰਦੇ ਹੈ ਵੀ ਸਾਨੂੰ ਸੜਕਾਂ ਤੇ ਬਹਿ ਕੇ 1.5 ਸਾਲ ਅੱਗੇ ਨਾ ਡੰਡੇ ਖਾਣੇ ਪੈਣ। ਠੀਕ ਹੈ। ਤੇ ਉਹਨਾਂ ਨੂੰ ਹੁਣ ਲੋਕ ਸਿਆਸੀ ਕਿਉਂ ਕਹਿ ਰਹੇ ਆ? ਜੀ, ਇਹ ਲੋਕ ਘੱਟ ਕਹਿ ਰਹੇ ਆ, ਪਰ ਜਿਹੜੇ ਤੁਹਾਡੇ ਨਾਲ ਦੇ ਜਿਹੜੇ ਸੰਘਰਸ਼ਕਾਰੀ ਸੀ ਉਹ ਜ਼ਿਆਦਾ ਕਹਿ ਰਹੇ ਆ। ਉਹ ਕਹਿ ਰਹੇ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਸਾਰਿਆਂ ਦਾ ਇੱਕ ਮਤ ਹੋਣਾ ਚਾਹੀਦਾ ਸੀ। ਪਰ ਖੈਰ, ਸਿਲੈਕਸ਼ਨ ਆਫ ਕੈਂਡੀਡੇਟਸ ਨੂੰ ਲੈ ਕੇ ਵੀ ਕਾਫੀ ਆਲੋਚਨਾ ਹੋ ਰਹੀ ਹੈ। ਜੀ, ਉਹ ਪਾਰਟੀ ਦਾ ਡਿਸੀਜਨ ਹੈ। ਮੈਂ ਤਾਂ ਇਸ ਕਰਕੇ ਆਈ ਹਾਂ ਕਿ ਮੈਂ ਆਪਦੇ ਜ਼ਮੀਰ ਕਰਕੇ ਆਈ ਹਾਂ। ਮੈਂ ਉਹ ਕਿਸਾਨਾਂ ਦੇ ਚਿਹਰੇ ਵੇਖੇ ਹੈ ਜੋ, ਔਰ ਉਹਨਾਂ ਅੰਦੋਲਨਕਾਰੀਆਂ ਦੇ, ਮਜ਼ਦੂਰਾਂ ਦੇ, ਐਡਵੋਕੇਟਸ ਜਿਨ੍ਹਾਂ ਨੇ ਖੁਦਕੁਸ਼ੀ ਕਰ ਲਈ ਇਸ ਅੰਦੋਲਨ ਵਿੱਚ। ਫਾਜ਼ਿਲਕਾ ਦੇ ਇੱਕ ਐਡਵੋਕੇਟ ਅਮਰਜੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ ਜੀ। ਰਾਮ ਸਿੰਘ ਸੰਤ ਨੇ ਆਪਦੇ ਆਪ ਨੂੰ ਗੋਲੀ ਮਾਰ ਲਈ ਸੀ ਜੀ। ਇੱਕ ਨਹਿਰ 'ਚ ਜਾ ਕੇ ਅੰਮ੍ਰਿਤਸਰ ਕੋਲ ਤਰਨਤਾਰਨ ਦੇ ਲਾਗੇ ਇੱਕ ਆਪਣੇ ਕਿਸਾਨ ਨੇ ਪਾਣੀ 'ਚ ਛਾਲ ਮਾਰਤੀ, ਦਰਿਆ 'ਚ ਛਾਲ ਮਾਰਤੀ, ਔਰ ਚਿੱਠੀ 'ਚ ਇਹੀ ਲਿਖਿਆ ਕਿ ਕੀ ਪਤਾ ਸਾਡੀਆਂ ਅੰਨੀਆਂ ਬੋਲੀਆਂ ਸਰਕਾਰਾਂ ਵੇਖ ਲੈਣ, ਸੁਣ ਲੈਣ, ਸਾਡੇ ਹਾਲ ਕੀ ਹੈ ਤੇ ਬਿੱਲ ਵਾਪਸ ਲੈ ਲੈਣ, ਅਸੀਂ ਬਹੁਤ ਔਖੇ ਹਾਂ। ਕੋਈ ਅੰਦੋਲਨ ਕਰਨਾ ਸੌਖਾ ਨਹੀਂ। ਤੁਸੀਂ ਉੱਥੇ ਜਾ ਕੇ ਦੇਖੋ ਵੀ ਜਦੋਂ ਹਨੇਰੀਆਂ ਆਉਂਦੀਆਂ ਸੀ ਤੇ ਸਪੈਸ਼ਲੀ ਠੰਡ ਵਿੱਚ ਬਰਸਾਤਾਂ ਹੁੰਦੀਆਂ ਸੀ, ਕੀ ਹਾਲ ਹੋਇਆ ਆਪਣੇ ਬਜ਼ੁਰਗਾਂ ਦਾ। ਆਪਣੇ ਬਜ਼ੁਰਗਾਂ ਨੂੰ ਆਪਾਂ ਕਿਸੇ ਨੂੰ ਓਏ ਨਹੀਂ ਕਹਿਣ ਦਿੰਦੇ, ਉੱਥੇ ਇਹਨਾਂ ਨੇ ਆਪਣੇ ਤੇ ਲਾਠੀਆਂ ਚਲਾਈਆਂ ਲੋਕਾਂ ਦੇ। ਮੈਂ ਸੋਚਦੀ ਜ਼ਮੀਰ ਕਿੱਥੇ ਗਏ? ਮੇਰਾ ਜ਼ਮੀਰ ਹੈ, ਮੈਂ ਰਾਤ ਨੂੰ ਨਹੀਂ ਸੌਂ ਸਕਦੀ। ਮੈਂ ਆਦੇ ਪੰਜਾਬ ਦੇ ਪਿੱਛੇ ਲੋਕ, ਉਹੀ ਲੋਕਾਂ ਨੂੰ ਜੇ ਤਾਕਤ ਮਿਲ ਰਹੀ ਹੈ ਜਿਨ੍ਹਾਂ ਨੇ ਸਾਨੂੰ ਰੋਲਿਆ, ਉਹ ਮੈਂ ਨਹੀਂ ਸਹਿ ਸਕਦੀ। ਮੈਂ ਤਾਂ ਪਹਿਲਾਂ ਜਿੱਤ ਹੀ ਗਈ ਹਾਂ। ਮੈਂ ਇੱਥੇ ਆ ਕੇ ਐਡੇ ਵੱਡੇ ਲੀਡਰਾਂ ਦੇ ਅੱਗੇ ਖੜੇ ਹੋ ਕੇ ਤੇ ਉਹ ਖੂਨਾਂ ਦਾ ਜਿਹੜਾ ਮੇਰੇ ਸਿਰ ਤੇ ਵੀ ਭਾਰ ਹੈ, 700-800 ਆਪਣੇ ਅੰਦੋਲਨਕਾਰੀਆਂ ਦਾ ਜੋ ਮੇਰੇ ਸਿਰ ਤੇ ਭਾਰ ਹੈ, ਮੈਂ ਉਸ ਕਰਕੇ ਇੱਥੇ ਬੈਠੀ ਹਾਂ। ਤੇ ਜਿਨ੍ਹਾਂ ਦੇ ਜ਼ਮੀਰ ਹੈ ਉਹ ਆਪੇ ਖੜੇ ਹੋਣਗੇ, ਕਿਉਂਕਿ ਹੁਣ ਲੋੜ ਹੈ ਵੀ ਅਸੀਂ ਆਪਦੀ ਸੋਚ ਵੀ ਬਦਲੀਏ। ਜਿਹੜੀ ਆਪਣੀ ਸੋਚ ਗੁਲਾਮ ਹੋ ਗਈ ਹੈ, ਮਾਨਸਿਕ ਤੌਰ ਤੇ ਆਪਾਂ ਗੁਲਾਮ ਹੋ ਗਏ, ਉਹਨੂੰ ਬਦਲੀਏ। ਜੀ, ਅੱਛਾ, ਤੁਹਾਡੀਆਂ ਜਥੇਬੰਦੀਆਂ ਦੇ ਵਿੱਚ ਇੱਕ ਸਿੱਧੂਪੁਰ ਹੈ, ਉਹਦਾ ਕਾਫੀ ਕੇਡਰ ਇੱਧਰ ਹੈ ਤੇ ਇਹਨਾਂ ਹਲਕਿਆਂ ਦੇ ਵਿੱਚ ਖਾਸ ਕਰਕੇ ਮੁਕਤਸਰ ਸਾਹਿਬ ਦੇ ਵਿੱਚ ਉਹਨਾਂ ਦਾ ਕਾਫੀ ਹੈਗਾ। ਉਹ ਤੁਹਾਨੂੰ ਸਹਿਮਤੀ ਨਹੀਂ ਦੇ ਰਹੇ ਕਿ ਉਹਨਾਂ ਦੇ ਲੋਕ, ਸਿੱਧੂਪੁਰ ਯੂਨੀਅਨ ਦੇ ਲੋਕ ਜਾਂ ਹੋਰ ਯੂਨੀਅਨਸ ਜਿਹੜੀਆਂ ਇਲੈਕਸ਼ਨ ਮੋਡ ਦੇ ਵਿੱਚ ਨਹੀਂ ਹੈਗੀਆਂ, ਉਹ ਲੋਕ ਤੁਹਾਨੂੰ ਆ ਕੇ ਮਿਲਦੇ ਨੇ, ਤੁਹਾਨੂੰ ਸਪੋਰਟ ਦਿੰਦੇ ਨੇ?
ਜੀ ਅਸਹਿਮਤੀ ਵੀ ਨਹੀਂ ਦੇ ਰਹੇ। ਠੀਕ ਹੈ, ਉਹਨਾਂ ਨੇ ਨਾ ਹਾਂ ਕੀਤੀ ਹੈ ਨਾ ਕੀਤੀ ਹੈ, ਔਰ ਇਹ ਮੈਨੂੰ ਲੱਗਦਾ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ। ਤੇ ਜਦੋਂ ਉਹ ਬੋਲਦੇ ਵੀ ਹੈ ਕਿ ਅਸੀਂ ਨਹੀਂ ਦੱਸਾਂਗੇ ਕਿਹਨੂੰ ਵੋਟ ਪਾਉਣੀ ਹੈ, ਪਰ ਉਸੇ ਇੰਟਰਵਿਊ 'ਚ ਕਹਿੰਦੇ ਵੀ ਭਾਜਪਾ ਨੇ ਆਪਣੇ ਨਾਲ ਕੀ ਕੀਤਾ ਯਾਦ ਰੱਖਿਓ, ਆਪਣੀਆਂ ਰਵਾਇਤੀ ਪਾਰਟੀਆਂ ਨੇ ਆਪਣੇ ਨਾਲ ਕੀ ਕੀਤਾ ਯਾਦ ਰੱਖਿਓ, ਤੇ ਜਦੋਂ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਕਿੰਨਾ ਕੁ ਆਪ ਨੇ ਆਪਾਂ ਨੂੰ ਤੰਗ ਕੀਤਾ ਹੈ ਉਹ ਵੀ ਯਾਦ ਰੱਖਿਓ। ਤੇ ਉਸ ਤੇ ਬਾਅਦ ਬਚਿਆ ਕੀ? ਬਚਿਆ ਤਾਂ ਆਪਣੀ ਪਾਰਟੀ ਹੈ, ਔਰ ਉੱਥੋਂ ਦੇ ਲੋਕ ਤਾਂ ਉਸੇ ਪਲੇਟ 'ਚ ਖਾਂਦੇ ਸੀ, ਚਾਹੇ ਸਿੱਧੂਪੁਰ ਦੇ ਸੀ, ਚਾਹੇ ਕਾਦੀਆਂ ਦੇ ਸੀ, ਚਾਹੇ ਉਹ ਜਥੇਬੰਦੀਆਂ ਦੇ ਸੀ ਜਿਹੜੇ ਇਲੈਕਸ਼ਨ ਲੜ ਰਹੇ ਹੈ, ਉਹ ਤਾਂ ਮਿਲ ਜੁਲ ਕੇ ਰਹਿੰਦੇ ਸੀ। ਤੇ ਇਹ ਸਾਫ਼ ਕਲੀਅਰ ਹੈ ਵੀ ਉਹਨਾਂ ਨੂੰ ਵੀ ਪਤਾ, ਉਹਨਾਂ ਦਾ ਭਾਈਚਾਰਾ ਉਹ ਨਹੀਂ ਭੁੱਲਣਗੇ ਵੀ ਉਹਨਾਂ ਨੂੰ ਕਿਵੇਂ ਰੋਲਿਆ, ਉਹਨਾਂ ਦੇ ਬਾਪ ਦਾਦਿਆਂ ਨੂੰ ਕਿਵੇਂ ਤੰਗ ਕੀਤਾ, ਉਹਨਾਂ ਦੀਆਂ ਭੈਣਾਂ ਮਾਵਾਂ ਦੀ ਇੱਜ਼ਤ ਕਿਵੇਂ ਰੋਲੀ, ਤੇ ਕਿਵੇਂ ਇਹਨਾਂ ਦੇ ਬੀਜੇਪੀ ਦੇ ਗੁੰਡੇ ਆ ਕੇ ਸਾਡੀਆਂ ਕੁੜੀਆਂ ਨੂੰ ਟੈਂਟਾਂ 'ਚੋਂ ਖਿੱਚ ਰਹੇ ਸੀਗੇ, ਅਸੀਂ ਵੀ ਆਪ ਦੇਖਿਆ। ਤਾਂ ਮੈਨੂੰ ਲੱਗਦਾ ਹੈ ਕਿ ਉਹ ਜਥੇਬੰਦੀਆਂ ਦੇ ਵਰਕਰ ਤੇ ਜਥੇਬੰਦੀਆਂ ਵੀ ਕਲੀਅਰ ਹੈ, ਪਰ ਕਿਉਂਕਿ ਸਾਡੇ ਮਿਸ਼ਨ ਅੱਡ ਹੈ, ਐਸਕੇਐਮ ਦਾ ਮਿਸ਼ਨ ਅੱਡ ਹੈ, ਐਸਐਸਐਮ ਦਾ ਮਿਸ਼ਨ ਅੱਡ ਹੈ, ਤਾਂ ਆਪਾਂ ਖੁੱਲ ਕੇ ਜਾਂ ਓਪਨਲੀ ਨਹੀਂ ਕਹਿ ਸਕਦੇ। ਪਰ ਇਹ ਗੱਲ ਜ਼ਰੂਰੀ ਹੈ ਕਿ ਵੋਟ ਕਰਨਾ ਨੈਤਿਕ ਅਧਿਕਾਰ ਹੈ। ਜਿਹੜਾ ਬੰਦਾ ਆਪਦੇ ਜ਼ਮੀਰ ਦੀ ਗੱਲ ਸੁਣੂਗਾ ਉਹਨੂੰ ਪਤਾ ਉਹਨੇ ਵੋਟ ਕਿੱਥੇ ਪਾਉਣੀ ਹੈ। ਜਿੱਥੋਂ ਤੱਕ ਗਰਾਊਂਡ ਰਿਪੋਰਟ ਦੀ ਗੱਲ ਹੈ, ਲੋਕ ਮੈਨੂੰ ਮਿਲਦੇ ਆ, ਆਡਰ ਜਥੇਬੰਦੀਆਂ ਦੇ ਵੀ ਮਿਲਦੇ ਆ, ਉਹ ਕਹਿੰਦੇ ਵੀ ਅਸੀਂ ਆਪਦੇ ਕਿਸਾਨ ਵੀਰਾਂ ਨਾਲ ਹੀ ਹਾਂ। ਅੱਛਾ, ਮੈਨੂੰ ਇਹ ਜਾਂਦੇ ਜਾਂਦੇ ਜ਼ਰੂਰ ਦੱਸਿਓ, ਲਾਸਟ ਸਵਾਲ ਆ ਮੇਰਾ, ਕਿ ਜੋ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਉਹਦਾ ਇੱਕ ਐਂਗਲ ਇਹ ਵੀ ਆ ਕਿ ਬਈ ਕੀ ਵਪਾਰੀਆਂ ਦੀ ਲੋੜ ਨਹੀਂ ਹੈ? ਸੰਯੁਕਤ ਸਮਾਜ ਮੋਰਚਾ ਨਾਮ ਆ, ਵਪਾਰੀਆਂ ਦੀ ਲੋੜ ਨਹੀਂ ਹੈ, ਕੀ ਆੜਤੀਆਂ ਦੀ ਲੋੜ ਨਹੀਂ ਹੈ, ਕੀ ਗਰੀਬਾਂ ਦੀ ਲੋੜ ਨਹੀਂ ਹੈ, ਕੀ ਮਜ਼ਦੂਰਾਂ ਦੀ ਲੋੜ ਨਹੀਂ ਹੈ? ਕਿੰਨੇ ਮਜ਼ਦੂਰਾਂ ਨੂੰ ਟਿਕਟਾਂ ਦਿੱਤੀਆਂ ਪਾਰਟੀ ਨੇ, ਸੰਯੁਕਤ ਸਮਾਜ ਮੋਰਚੇ ਨੇ? ਜੀ ਬਹੁਤ ਸਾਰੀਆਂ ਮਜ਼ਦੂਰਾਂ ਨੂੰ ਦਿੱਤੀਆਂ, ਬਹੁਤ ਸਾਰੀਆਂ ਸਪੈਸ਼ਲੀ ਜਿੱਥੇ ਰਿਜ਼ਰਵਡ ਆਪਣੇ ਕੈਟਾਗਰੀਜ਼ ਹੈਗੀਆਂ ਉਹਨਾਂ 'ਚ ਮਜ਼ਦੂਰ ਲੋਕ ਆਪਣੇ ਜਿਹੜੇ ਭਾਈਚਾਰੇ ਦੇ ਹੈਗੇ ਆ, ਆਪਣੇ ਵੀਰ, ਆਪਣੀਆਂ ਭੈਣਾਂ ਤਾਂ ਬਹੁਤ ਘੱਟ ਮੈਂ ਕਹਿੰਦੀ ਹਾਂ ਦਿੱਤੀਆਂ, ਪਰ ਬਹੁਤ ਕਿਉਂਕਿ ਐਪਲੀਕੇਸ਼ਨ ਬੇਸਡ ਪ੍ਰੋਸੈਸ ਸੀਗਾ। ਤੇ ਪਰ ਆਪਣੇ ਬਹੁਤ ਸਾਰੇ ਮਜ਼ਦੂਰ ਭਾਈਚਾਰੇ ਦੇ, ਦਲਿਤ ਭਾਈਚਾਰੇ ਦੇ ਆਪਣੇ ਰਿਪਰੈਜ਼ੈਂਟੇਟਿਵਸ ਹੈਗੇ ਹੈ, ਵਪਾਰੀ ਵੀ ਹੈਗੇ ਹੈ। ਇਨਫੈਕਟ ਜੇ ਤੁਸੀਂ ਇਹਨਾਂ ਦਾ ਪਹਿਲੇ ਕੁਝ ਇੰਟਰਵਿਊਜ਼ ਵੀ ਦੇਖੋਗੇ ਤਾਂ ਤੁਸੀਂ ਦੇਖੋਗੇ ਉਹਨਾਂ ਨੇ ਕਿਹਾ ਸੀ ਵੀ ਜਿੱਥੇ ਜਿੱਥੇ ਜਿਹੜੇ ਵੀ ਵਰਗ ਨੂੰ ਪ੍ਰਭਾਵਿਤ ਕਰਦੇ ਆ, ਸ਼ਹਿਰਾਂ ਵਿੱਚ ਵਪਾਰੀ ਵਰਗ ਦੇ ਲੋਕਾਂ ਨੂੰ ਹੀ ਚੁਣਿਆ ਗਿਆ। ਤੇ ਮੇਰੇ ਵਰਗੇ ਲੋਕ ਜੋ ਕਿਸੇ ਜਥੇਬੰਦੀ ਨਾਲ ਵੀ ਨੀਤ ਰੱਖਦੇ ਸੀ, ਮੇਰਾ ਤਾਂ ਪਿਛੋਕੜ ਕਿਸਾਨੀ ਹੈ, ਮੈਂ ਪਿੰਡ ਕਾਨਿਆਲੀ ਤੋਂ ਆਉਣੀ ਹੈ, ਤੇ ਮੇਰਾ ਜੋ ਵੀ ਜਥੇਬੰਦੀਆਂ ਨਾਲ ਕੰਮ ਰਿਹਾ, ਔਰ ਮੈਂ ਜਿਸ ਤਰ੍ਹਾਂ ਮੇਰਾ ਵਿਸਤਾਰ ਨਾਲ ਅੱਡ ਸਮੱਸਿਆਵਾਂ ਸਮਝ ਸਕਦੀ ਹਾਂ, ਉਸ ਹਿਸਾਬ ਨਾਲ ਉਹਨਾਂ ਨੇ ਮੈਨੂੰ ਚੁਣਿਆ। ਮੇਰਾ ਪੜ੍ਹਾਈ ਕਰਕੇ ਜਾਂ ਮੇਰੀ ਮਤਲਬ ਜੋ ਮੈਂ ਕੰਮ ਕੀਤਾ, ਜਿੰਨੀ ਕਿ ਮੈਂ ਅਟੈਚ ਸੀ ਇਹਦੇ ਨਾਲ, ਉਦਾਂ ਹੀ ਡਾਕਟਰ ਸੁਖਮਨ ਹੈ, ਇੱਕ ਹੋਰ ਪ੍ਰੋਫੈਸਰ ਹੈ ਵਿਮਨ, ਉਹਨੂੰ ਚੁਣਿਆ, ਪ੍ਰਿੰਸੀਪਲ ਹੈ ਸਕੂਲ ਦੇ, ਆਪਣੇ ਗੁਰਪ੍ਰੀਤ ਕੋਟਲੀ ਜੀ ਨੇ ਓਨੈਸਟ ਜਰਨਲਿਸਟ ਹੈ, ਤਾਂ ਉਹਨਾਂ ਨੇ ਮਤਲਬ ਹੁਣ ਜਰਨਲਿਸਟ ਕਿਸਾਨ ਤੇ ਨਹੀਂ ਸੀ, ਹੈ ਨਾ, ਤਾਂ ਕਿਸਾਨੀ ਕ੍ਰਾਈਟੇਰੀਆ ਨਹੀਂ ਹੈ, ਅਸੀਂ ਪੂਰੇ ਸਮਾਜ ਨੂੰ ਲੈ ਕੇ ਚੱਲ ਰਹੇ ਹਾਂ ਤੇ ਹਰ ਵਰਗ ਨੂੰ ਲੈ ਕੇ ਚੱਲ ਰਹੇ ਹਾਂ। ਕੁਛ ਜਿਵੇਂ ਇੱਕ ਲੁਧਿਆਣਾ ਦੇ ਵਿੱਚ ਟਿਕਟ ਦਿੱਤੀ, ਉਹ ਕਹਿ ਰਹੇ ਕਿ ਕੱਲ ਪਰਸੋਂ ਭਾਜਪਾ ਦੇ ਵਿੱਚ ਸੀ ਜਾਂ ਕਿਸੇ ਵਿੱਚ ਕੱਲ ਆਏ ਤਾਂ ਉਹਨਾਂ ਨੂੰ ਟਿਕਟ ਦਿੱਤੀ, ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋ ਰਹੀਆਂ ਨੇ। ਸੌਰੀ, ਕੈਨ ਯੂ ਰਿਪੀਟ ਯੂਰ ਕੁਐਸਚਨ? ਯੈਸ ਆਫ ਕੋਰਸ। ਕੁਝ ਟਿਕਟਾਂ ਇਸ ਤਰ੍ਹਾਂ ਦੀਆਂ ਦਿੱਤੀਆਂ ਗਈਆਂ ਜਿਹੜੇ ਕਿ ਪਾਰਟੀਆਂ ਬਦਲ ਕੇ ਆਏ। ਮਸਲਨ ਇੱਕ ਲੁਧਿਆਣਾ ਤੋਂ ਮਿਸਾਲ ਆਈ, ਉਹ ਸ਼ਖਸ ਪਹਿਲਾਂ ਕਿਸੇ ਹੋਰ ਪਾਰਟੀ ਦੇ ਵਿੱਚ ਸੀ, ਉਹਨਾਂ ਨੇ ਐਸਐਸਐਮ ਜੁਆਇਨ ਕੀਤਾ, ਉਹਨਾਂ ਨੂੰ ਟਿਕਟ ਮਿਲ ਗਈ, ਕੁਝ ਵਾਪਸ ਕਰ ਰਹੇ ਨੇ। ਜੀ ਮੈਂ ਉਹ ਪਾਰਟੀ ਦਾ ਆਪਦਾ ਡਿਸੀਜਨ ਹੈ, ਮੈਂ ਸਕਰੀਨਿੰਗ ਕਮੇਟੀ 'ਚ ਨਹੀਂ, ਮੈਂ ਪਾਰਲੀਮੈਂਟਰੀ ਕਮੇਟੀ 'ਚ ਨਹੀਂ ਹੈ, ਔਰ ਉਹਨਾਂ ਨੇ ਕਿਸ ਤਰੀਕੇ ਨਾਲ ਕੀਤਾ ਇਹ ਜਵਾਬ ਉਹ ਦੇਣਗੇ ਵੀ ਕਿਸ ਕ੍ਰਾਈਟੇਰੀਆ ਤੇ ਉਹਨਾਂ ਨੇ ਇਸ ਕੈਂਡੀਡੇਟ ਨੂੰ ਨਾਮਜ਼ਦ ਕੀਤਾ ਹੈ। ਪਰ ਮੈਂ ਆਪਦੇ ਮੇਰੇ ਰਿਲੇਟਡ ਤੁਸੀਂ ਕੁਝ ਵੀ ਪੁੱਛ ਲਓ ਵੀ ਮੈਂ ਇੱਥੇ ਕਿਉਂ ਹੈ, ਮੈਂ ਆਪਦੀ ਗਵਾਹਦਾਰੀ ਮੈਂ ਸਿਰਫ ਆਪਦੀ ਦੇ ਸਕਦੀ ਹਾਂ ਤੇ ਆਪਦੀ ਗਾਰੰਟੀ ਦੇ ਸਕਦੀ ਹਾਂ। ਠੀਕ ਹੈ, ਜੋ ਤੁਸੀਂ ਬਣਾਈ ਉਹ ਆਪਣੀ ਲਿਸਟ, ਸਾਰੇ 700 ਤੋਂ ਵੱਧ ਸਾਡੇ ਜਿਹੜੇ ਕਿਸਾਨ ਸ਼ਹੀਦ ਹੋ ਗਏ ਨੇ, ਉਹ ਤੁਸੀਂ ਕਿਹਾ ਕਿ ਸੰਯੁਕਤ ਮੋਰਚੇ ਨੇ, ਕਿਸਾਨ ਮੋਰਚੇ ਨੇ, ਐਸਕੇਐਮ ਨੇ ਪਾਰਲੀਮੈਂਟਰੀ ਕਮੇਟੀ ਨੂੰ ਵੀ ਦਿੱਤੀ ਹੈ, ਹਨਾ, ਸਾਰੇ ਕਿਤੇ ਕੋਟ ਹੋਈ ਆ। ਕੀ ਲੱਗਦਾ ਤੁਹਾਨੂੰ ਜੋ ਸਰਕਾਰ ਨੇ ਵਾਅਦੇ ਕੀਤੇ ਉਹ ਪੂਰੇ ਹੋ ਸਕਣਗੇ? ਸਰਕਾਰ ਦੀ ਭਰੋਸੇਯੋਗਤਾ ਤੇ ਭਰੋਸਾ ਹੈ ਤੁਹਾਨੂੰ? ਜੀ ਉਹ ਤਾਂ ਉਹਨਾਂ ਨੇ ਆਪ ਹੀ ਵਿਖਾਤਾ ਵੀ ਕਿੰਨੇ ਕੁ ਭਰੋਸੇਦਾਇਕ ਹੈ। 15 ਜਨਵਰੀ ਨੂੰ ਸਾਨੂੰ ਸਾਫ਼ ਹੀ ਵਿਖਾਤਾ ਉਹਨਾਂ ਨੇ, ਜਦੋਂ ਉਹਨਾਂ ਨੇ ਮੁਆਵਜ਼ੇ ਵੀ ਪੂਰੇ ਨਹੀਂ ਕਰਵਾਏ, ਕੇਸ ਵੀ ਵਾਪਸ ਨਹੀਂ ਲਏ, ਆਪਣਾ 4 ਜਿਹੜਾ ਡਿਮਾਂਡ ਪੱਤਰ ਸੀਗਾ 4 ਡਿਮਾਂਡਸ ਵਾਲਾ, ਹੈ ਨਾ, ਐਮਐਸਪੀ ਤੇ ਕਮੇਟੀ ਨਹੀਂ ਬਣੀ ਹੈ। ਇਸੇ ਕਰਕੇ ਜ਼ਰੂਰੀ ਹੈ ਵੀ ਇਹ ਇਲੈਕਸ਼ਨ ਅੰਦੋਲਨ ਜਿੱਤਿਆ ਜਾਵੇ ਤੇ ਉਹਨਾਂ ਨੂੰ ਪਤਾ ਚੱਲੇ ਵੀ ਅੱਜ ਇਹਨਾਂ ਨੇ ਪਾਵਰ ਇੱਥੋਂ ਵੀ ਖਿੱਚ ਲਈ, ਸਾਡੇ ਤੋਂ ਪਹਿਲਾਂ ਸੜਕਾਂ ਤੋਂ ਖਿੱਚੀ, ਪਹਿਲਾ ਸਟੈਪ, ਦੂਜਾ ਵਿਧਾਨ ਸਭਾ ਚੋਂ ਖਿੱਚੀ, ਤੀਜੀ ਲੋਕ ਸਭਾ ਤੋਂ ਵੀ ਖਿੱਚ ਲੈਣਗੇ। ਤੇ ਜੇ ਇਹਨਾਂ ਨੇ ਸਰਕਾਰ ਸਾਡੀ ਸੈਂਟਰ 'ਚ ਆ ਕੇ ਰੋਲਣੀ ਸ਼ੁਰੂ ਕਰਤੀ ਤਾਂ ਸਾਨੂੰ ਖਤਰਾ ਹੈ। ਅਗਰ ਇਹਨਾਂ ਤੇ ਪ੍ਰੈਸ਼ਰ ਨਹੀਂ ਰਹੂਗਾ, ਇਹਨਾਂ ਨੂੰ ਲੱਗੂਗਾ ਵੀ ਹਾਂ ਕੋਈ ਨਹੀਂ, ਲੋਕ ਭੁੱਲ ਜਾਣਗੇ, ਸਾਨੂੰ ਹਜੇ ਵੀ ਵੋਟਾਂ ਪਾਉਣਗੇ, ਉਹਦੇ ਨਾਲ ਵੀ ਮੈਨੂੰ ਨਹੀਂ ਲੱਗਦਾ ਵੀ ਕੁਝ ਆਪਣੇ ਐਸਕੇਐਮ ਦੇ ਮਿਸ਼ਨ ਦਾ ਵੀ ਜ਼ਿਆਦਾ ਹੈਲਪ ਹੋ ਸਕਦੀ ਹੈ। ਜੀ, ਥੈਂਕ ਯੂ ਸੋ ਮਚ ਅਨੂਪ। ਯੂ ਵੈਲਕਮ ਜੀ।
ਇਹ ਸਨ ਸਾਡੇ ਨਾਲ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਅਨੂਪ ਕੌਰ ਸੰਧੂ ਜੀ, ਜਿਨ੍ਹਾਂ ਨੂੰ SSM ਨੇ ਸ੍ਰੀ ਮੁਕਤਸਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨਿਆ। ਇਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ, ਜੋ ਥਿਊਰੀਜ਼ ਦਿੱਤੀਆਂ ਜਾ ਰਹੀਆਂ ਸੀ ਇਲੈਕਸ਼ਨ ਲੜਨੀਆਂ ਜਾਂ ਇਲੈਕਸ਼ਨ ਨਾ ਲੜਨੀਆਂ, ਤਾਂ ਉਹਨਾਂ ਦੇ ਉੱਤੇ ਇਹਨਾਂ ਨੇ ਆਪਣੇ ਕਮੈਂਟ, ਆਪਣੀ ਰਾਏ ਆਪਣੇ ਨਾਲ ਸਾਂਝੀ ਕੀਤੀ। ਆਈਵਾਲ ਟੀਵੀ ਦੀ ਇਸ ਖਾਸ ਕਵਰੇਜ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ। ਆਉਂਦੀ ਵਾਰ ਫਿਰ ਕਿਸੇ ਨਿਆਬ ਸ਼ਖਸੀਅਤ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਪੰਜਾਬ ਦੇ ਚੋਣ ਰੰਗਾਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।